ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਲਾਮ ਸਾਰਿਆਂ ਨੂੰ। ਮੈਂ ਪਰਮਿੰਦਰ ਸਿੰਘ ਜਿਵੇਂ ਸਾਂਝਾ ਪੰਜਾਬ ਵੱਲੋਂ ਅੱਜ ਅਸੀਂ ਤੁਹਾਨੂੰ ਚੜ੍ਹਦੇ ਪੰਜਾਬ ਵਿੱਚ ਪਿੰਡ ਬੋਲੀਆਂ ਜ਼ਿਲ੍ਹਾ ਅਜਨਾਲਾ, ਜਿੱਥੇ ਕਿ ਵੰਡ ਤੋਂ ਪਹਿਲਾਂ ਮੁਸਲਮਾਨ ਦੇ ਲੋਕ ਰਹਿੰਦੇ ਸਨ। ਇਸ ਪਿੰਡ ਵਿੱਚ ਬੀਬੀ ਨਜ਼ੀਰਾ ਨੇ ਆਪਣਾ ਬਚਪਨ 8-9 ਸਾਲ ਗੁਜ਼ਾਰਿਆ। ਹੁਣ ਪਾਕਿਸਤਾਨ ਵਿੱਚ ਜ਼ਿਲ੍ਹਾ ਕਸੂਰ ਪਿੰਡ ਕਿਲਾ ਬਲਾਕਾਂ ਵਿੱਚ ਰਹਿੰਦੇ ਹਨ ਤੇ ਆਪਣੇ ਪਿੰਡ ਬਾਰੇ ਦੱਸ ਰਹੇ ਹਨ ਔਰ ਅਸੀਂ ਆਪਣੀ ਚੈਨਲ ਦੀ ਵੀਡੀਓ ਰਾਹੀਂ ਉਹਨਾਂ ਦਾ ਪਿੰਡ ਦਿਖਾ ਰਹੇ ਹਾਂ। तो सत श्री अकाल वीरो, की हाल चाल है। मेरा नाम जी साजिद भट्टी है। असी चढ़ते पंजाब पिंड बोलियां तहसील अजनाला ते ज़िला अंबरसर तो आए हैं। तो लहिंदे पंजाब च असी पहला साडा ज़िला लाहौर सी, हुण ज़िला कसूर ते शहर साडा कोटरा दा किशन कच्ची कोठी आंदे ने ते पिंड किला बलाका सिंह, उत्थे आके बैठे हैं। तो बजुर्ग पुराने सारे टुर टुर गए ने। एक मेरी नानी हैगी है जिन्हों अपने पिंड के बारे पता है। उदों उन्हों दी उम्र कोई 8-9 साल सी। उहदे कोल होर किहड़े-किहड़े पिंड सी? छोटे इतने लम्बे तो नहीं पता। रापर सी, रियाड़ सी, रापुर, रियाड़, छीने, छीने, जस्तरवाल, अच्छा, अजनाला, अच्छा, तो पंजा पिंडा में पता। अच्छा, इधर दे बन्ने रापर सी, इधर रियाड़, इधर रियाड़ ते होगी जस्तरवाल ते छीने ते अगे अजनाला। अच्छा, इधर ਜਿਹੜੀ ਐਂ ਕਰਕੇ ਸੜਕ ਮੁੰਡਾ ਦੱਸਦਾ ਸੀ ਨਾ, ਐਂ ਕਰਕੇ ਨਿਕਲੀ ਛੱਪੜ ਦੇ ਉੱਤੋਂ ਨਹੀਂ ਤੇ ਇੱਧਰ ਉਹ ਪਿੰਡ ਜਿਹੜੀ ਮਸੀਤ ਸੀ। ਤੇ ਮੈਂ ਕਿਹਾ ਠੀਕ ਹੈ, ਉਧਰ ਕੀ ਪੱਕੀ ਮਸੀਤ ਸੀ ਤੇ ਜਿਹੜਾ ਇੱਧਰ ਰਹਿੰਦਾ ਬੰਨਾ ਸੀ ਨਾ, ਇੱਧਰ ਕੱਚੀ ਮਸੀਤ ਸੀ। ਤੇ ਪੱਕੀ ਮਸੀਤ ਤੇ ਹੈਗੀ ਹੈ ਜੇ ਉੱਥੇ? ਬਸ ਪੱਕੀ ਮਸੀਤ ਆਉਂਦਾ ਸੀ ਕਿ ਉਹ ਖੇ ਬਾਹਰੋਂ ਕੰਨਾ ਕੁੰਨਾ ਢਹਿ ਗਈਆਂ ਨੇ ਤੇ ਉਹ ਖੇ ਖੂਹੀ ਛੱਤ ਦਿੱਤੀ ਹੈ। ਆਹੋ। ਤੇ ਮੈਂ ਕਿਹਾ ਵੀ ਛੱਤ ਕਿਉਂ ਦਿੱਤੀ, ਤੁਸੀਂ ਚਾਲੂ ਰੱਖ ਲਿਓ। ਤੇ
ਉੱਥੇ ਨਾ ਹੈਗਾ ਸੀ ਮਤਲਬ ਵਾੜਾ ਜਿਹਾ, ਉੱਥੇ ਖੁੱਲ੍ਹਾ ਥਾਂ ਸੀ, ਉੱਥੇ ਆਉਂਦਾ ਸੀ ਗੱਡੀ ਖਲਿਆਰੀ ਸੀ। तो वाड़ा वूड़ा तो मतलब रख लोगों ने बड़े डालते हुए हैं तो उत्थे आंदा सी कि उस मसीत के कोल थां खुला गया तो उत्थे गड्डी खलियारी। आहो पिंड आखे गलियां का वास तंग, मैं वास वाकई तंग। आ पिंड दी गलियां तंग सी। हाँ पिंड दी गलियां तंग। ਤੇ ਆਂਦਾ ਸੀ ਵੀ ਛੱਪੜ ਦੋ ਬਣੀ। ਮੈਂ ਕਿਹਾ ਵੀ ਇੱਕ ਇੱਧਰਲੇ ਬੰਨੇ ਸੀ, ਜਿਵੇਂ ਹੁਣ ਅਸੀਂ ਇੱਥੇ ਬੈਠੇ ਹਾਂ ਤੇ ਇੱਧਰਲੇ ਬੰਨੇ ਛੱਪੜ ਹੋ ਗਏ ਤੇ ਇੱਕ ਛੱਪੜ ਜਿਹੜਾ ਸੀ ਉਹ ਇੱਧਰਲੇ ਬੰਨੇ ਸੀ, ਲਹਿੰਦੇ ਬੰਨੇ ਇਹੜ ਨੇ। ਲਹਿੰਦੇ ਬੰਨੇ ਨਾ ਇਹਦੇ ਕੋਲ ਗਿਆ ਕਰਕੇ ਸੜਕ ਲੰਘੀ ਸੀ। ਉੱਥੇ ਨਾ ਸਕੂਲ ਪਿਆ ਸੀ ਪਹਿਲਾਂ, ਜਦੋਂ ਅਸੀਂ ਆਏ ਆ ਨਾ ਉਹ ਸਕੂਲ ਸੀ। ਅੱਛਾ मतलब ये सड़क जी ना ये जस्तरवाल छीनिया जाती होंगी सी। उदों कच्ची सी, उमर सी छोटे ही सन, जिवें तेरे शफाक की छोटी नहीं गी गुड़िया इस तरह होंगी। तो फिर इन्ना कि मैनू इन्ना पिंड वरतदा राह पर तो साड़ी फुफी होंगी सी ना, तो उहदे कोल जाना फुफी मुंडा कोल तां सानूं पता। इत्थे डियाली साढ़े मतलब भी प्यो दे भी नानके ते मां दे भी नानके। अच्छा अच्छा ते उत्थे डियाली जाना ते तां पता सी। ते दाई वाला ते इधर पाकिस्तान च वो साढ़े नानके वे ते पूरा इन्ना
23 ਪਿੰਡ ਸਾਡੇ ਅਮੀਰ ਦੱਸਦੇ ਨੇ, 23 ਪਿੰਡ ਮਤਲਬ ਬਾਅਦ ਵੀ ਸਨ, 23 ਪਿੰਡ ਇਕੱਠੇ ਹੋਏ ਸਨ, 24 ਪਿੰਡ ਇਕੱਠੇ। ਸਾਡੇ ਬੋਲੀਆਂ ਪਿੰਡ 'ਚ? ਸਾਡਾ ਪਿੰਡ ਸੀ ਬਹੁਤ ਵੱਡਾ। ਸਾਡੇ ਪਿੰਡ ਅੱਛਾ, ਸਾਡੇ ਪਿੰਡ ਕੋਈ ਜਾਤ ਹੋਰ ਨਹੀਂ ਸੀ। ਰਾਜਪੂਤਾਂ ਦਾ ਪਿੰਡ ਸੀ ਸਾਰਾ? ਰਾਜਪੂਤਾਂ ਦਾ। ਚੰਗੜ ਸਨ, ਉਹਨਾਂ ਧੜਾਂ ਵਸਾਉਣੀਆਂ ਹੁੰਦੀਆਂ ਸਨ। ਈਸਾਈ ਸਨ, ਉਹਨਾਂ ਨੇ ਮਤਲਬ ਬਾਹਰ ਕੰਮ ਧੰਦਾ ਕਰਨਾ ਹੁੰਦਾ ਸੀ। ਅੱਛਾ। ਤੇ 2-3 ਘਰ 22 ਪਿੰਡ ਹੋਏ ਸੀ ਤੁਹਾਡੇ ਪਿੰਡ ਇਕੱਠੇ? ਸਾਡੇ ਪਿੰਡ 23-24 ਪਿੰਡ ਇਕੱਠੇ ਹੋਏ ਸੀ। ਤੇ ਸਾਰੇ ਕਾਫਲੇ ਨੂੰ ਕੌਣ ਲੈ ਕੇ ਆਇਆ ਸੀ? ਹੈਂ? ਇਹ ਸਾਰੇ ਕਾਫਲੇ ਨੂੰ ਲਿਆਇਆ ਕੌਣ ਸੀ? ਇਹਨ ਸਾਰੇ ਕਾਫਲੇ ਦੇ ਨਾਲ ਨੂਰੀ ਨੱਤਾਂ ਵਾਲਾ ਖਣੀ ਤੋਂ ਕਿਤੇ ਕੋਈ ਸੁਣ ਗਨ। ਨੂਰੀ ਨੱਤਾਂ ਵਾਲਾ? ਨੂਰੀ ਨੱਤਾਂ ਵਾਲਾ। ਅੱਛਾ, ਉਹ ਤੁਹਾਡਾ ਰਿਸ਼ਤੇਦਾਰ ਸੀ? ਉਹ ਸਾਡਾ ਚਾਚਾ ਤਾਇਆ ਸੀ। ਅੱਛਾ, ਚਾਚਾ ਤਾਇਆ। ਉਹ ਮਤਲਬ ਇੱਥੋਂ ਦਾ ਸੀ, ਬੋਲੀਆਂ ਦਾ ਸੀ। ਅੱਛਾ, ਬੋਲੀਆਂ ਦਾ ਸੀ ਤੁਹਾਡੇ ਪਿੰਡ ਦਾ ਸੀ। ਤੇ ਉਹ ਵਿਆਹ ਨੱਤੀ ਸੀ। ਨੱਤ ਪਿੰਡ ਵਿਆਹਿਆ ਸੀ? ਨੱਤ ਪਿੰਡ ਵਿਆਹਿਆ ਸੀ। ਤੇ ਉਹ ਨਾ ਨੱਤੀ ਚਲਾ ਗਿਆ ਸਹੁਰਿਆਂ ਦੇ ਪਿੰਡ ਤੇ। ਅੱਛਾ, ਸਹੁਰਿਆਂ ਪਿੰਡ ਚਲਾ ਗਿਆ? ਸਹੁਰਿਆਂ ਦੇ ਪਿੰਡ ਚਲਾ ਗਿਆ। ਤੇ ਫਿਰ ਉਹ ਆਇਆ ਇੱਥੇ, ਮਤਲਬ ਜਦੋਂ ਗੜਬੜ ਪਈ ਹੈ ਨਾ, ਤੇ ਫਿਰ ਤਾਂ ਉਹਨੇ ਬੜਾ ਦੁਨੀਆ ਨੂੰ ਮਤਲਬ ਇੰਨਾ ਉਹਨੇ ਦੁਨੀਆ ਨੂੰ ਕੋਈ ਝੂਠ ਹੀ ਮਾਰ ਛੱਡੀਏ ਨਾ, ਤੇ ਤਦ ਵੀ ਨਹੀਂ ਕੋ ਮੰਨਣ ਵਾਲੀ ਗੱਲ ਵੀ ਖਣੀ ਇੰਨਾ ਹੀ ਇੱਕ ਬੰਦਾ ਮਤਲਬ ਜ਼ੋਰੋਵਾਰ ਹੋ ਜਾਂਦਾ। ਜ਼ੋਰੋਵਾਰ ਬੜਾ ਸੀ, ਜ਼ੋਰੋਵਾਰ ਪੂਰਾ ਸੀ। ਪੂਰਾ। ਅੱਛਾ, 22 ਪਿੰਡਾਂ ਦੇ ਕਾਫਲੇ ਨੂੰ ਕੱਲਾ ਲਿਆਇਆ ਸੀ? 22 ਪਿੰਡਾਂ ਦਾ ਕਾਫਲਾ ਸੀ। ਉਹੀ ਨਾਲ ਹੋਰ ਵੀ ਦੁਨੀਆ ਲੱਗੀ ਹੋਈ ਸੀ। ਪਰ ਅੱਗੇ ਹੋਈ ਸੀ? ਜਵਾਨ ਸੀ ਪਰ ਅੱਗੇ ਹੋਈ ਸੀ। ਅੱਛਾ। ਉਹਨੇ ਘੋੜੀ ਵੀ ਗੁਲਾਮ ਪਾਈ ਸੀ। ਸਾਡੇ ਵਾਲਦ ਦੱਸਦੇ ਹੋਏ ਸਾਨੂੰ ਇੰਨੀ ਪਛਾਣ ਨਹੀਂ ਆਈ। ਤੇ ਘੋੜੀ ਦੀ ਗੁਲਾਮ ਮੂੰਹ 'ਚ ਪਾਈ ਹੁੰਦੀ ਸੀ, ਤੇ 2 ਹੱਥਾਂ 'ਚ ਇੱਕ 'ਚ ਬਰਛੀ ਹੁੰਦੀ ਸੀ, ਤੇ ਇੱਕ ਤਲਵਾਰ ਹੁੰਦੀ ਸੀ। ਅੱਛਾ। ਤੇ ਘੋੜੀ ਉਹਦੀ ਇੰਝ ਨੱਠਦੀ ਸੀ। 22 ਪਿੰਡਾਂ ਦਾ 23 ਦਾ ਕਾਫਲਾ ਸੀ, ਤੇ ਚਫੇਰੇ ਫਿਰ ਕੇ ਆਉਂਦੀ ਸੀ। ਸਹੀ ਤੇ ਸਹੀ। ਇਹਨਾਂ ਤੋਂ ਪੁੱਤ ਗੱਡੀਆਂ ਹੀ ਅਸੀਂ ਲਾਂਭੇ, ਤੋਪਾਂ। ਤੇ ਤੋਪਾਂ ਕੀ ਤਾਂ ਨਹੀਂ ਨਾ ਕਿਸੇ ਯਾਦ ਵਰਤਾ। ਉਹ ਨੂਰੀ ਨੱਤਾਂ ਵਾਲਾ ਐਡਾ ਅੱਛਾ ਜ਼ੋਰ ਸੀ। ਇਹਨੇ ਮੌਲਵੀ ਮਸਨ ਨੇ ਐਲਾਨ ਕੀਤਾ ਵੀ ਜੁਮਾ ਪੜ੍ਹ ਕੇ ਨਾ, ਤੇ ਜੁਮੇ ਵਾਲੇ ਦਿਨ ਐਲਾਨ ਕੀਤਾ ਵੀ ਅਸੀਂ ਪੜ੍ਹ ਕੇ ਜੁਮਾ ਤੋਂ ਸਵੇਰੇ ਸਮਝਾਉਣਾ, ਨਿਕਲ ਜਾਣਾ ਜੁਮਾ ਪੜ੍ਹ ਕੇ। ਜੁਮਾ ਪੜ੍ਹ ਕੇ ਨਿਕਲਾਂਗੇ। ਨਹੀਂ, ਜੁਮਾ ਪੜ੍ਹ ਲਿਆ ਨਾ। ਅੱਛਾ। ਐਲਾਨ ਕੀਤਾ ਵੀ ਸਵੇਰੇ ਨਿਕਲਣਾ। ਅੱਛਾ, ਸਵੇਰੇ ਨਿਕਲ ਜਾਣਾ। ਹਾਂ, ਅਸੀਂ ਵੀ ਕਾਫਲਾ ਚੜ ਗਿਆ ਸੀ। ਹੜਬੀ ਜੀ ਹੋਈ ਸੀ। ਤੇ ਰਾਤ ਮਤਲਬ ਡੀਗਰ ਕੋਈ ਡੀਗਰ ਵਿੱਚ ਫਿਰ ਚਲੇ ਗਏ। ਫਿਰ ਰਾਹ ਦੇ ਕਿਨਾਰੇ ਤੇ ਆਣ ਬੈਠੀ। ਰਾਵੀ ਦੇ ਕੰਢੇ ਤੇ? ਰਾਵੀ ਦੇ ਕੰਢੇ ਤੇ ਆਣ ਬੈਠੀ। ਅੱਛਾ। ਤੇ ਰਾਵੀ ਦੇ ਕੰਢੇ ਤੇ ਬਹਿ ਗਏ ਨਾ ਜਿਸ ਵੇਲੇ, ਤੇ ਰਾਤ ਤੇ ਕੱਢੀ ਆ। ਸਵੇਰੇ ਉੱਠ ਕੇ ਨਾ ਆਂਦੇ ਨੇ ਖਿਆਟੇ ਦਾ ਕਿਤੋਂ ਪਤਾ ਕਰੀਏ ਕਿਸੇ ਦੇ ਮਤਲਬ ਪਿੰਡ ਗਿਆ ਸਾਡਾ, ਤੁਹਾਡਾ ਮਤਲਬ ਸਾਡਾ ਪਾਇਆ ਗਿਆ ਪਿੰਡ ਨੂੰ ਲਾਗੇ ਸੀ ਨਾ ਉਹ ਪਿੰਡ। ਫਿਰ ਘਰੋਂ ਖਣੀ ਇੰਨਾ ਕਾਟਾ ਲਿਆ, ਕੱਢ ਕੇ ਤੇ ਇੱਕ ਪਰਾਤ ਦੀ ਫੜ ਕੇ ਲਿਆਇਆ, ਤਵਾ ਲਿਆਇਆ, ਉਹ ਚੀਟਾ ਰੱਖ ਕੇ ਨਾ ਤੇ ਬਾਲੂ ਬੂਲੂ ਇਕੱਠਾ ਕਰਕੇ ਤੇ ਆਖਣਗਾ ਤੁਸੀਂ ਰੋਟੀਆਂ ਪਕਾਓ। ਤੇ ਮੈਂ ਕਿ ਬੇੜੀ 'ਤੇ ਚੜ੍ਹ ਕੇ ਜਾਣਾ ਦਾਈ ਵਾਲੇ, ਤੇ ਦਾਈ ਵਾਲੇ ਨੂੰ ਬੇੜੀਆਂ ਲਿਆਉਣਾ ਇੱਥੋਂ ਲੰਘਿਆ ਨਹੀਂ। ਉਦੋਂ ਦੇ ਵਿੱਚ ਭੈਣ ਸਹੀਨਾ ਸੀ ਆਕਰਮ ਦੀ। ਇਹ ਉਦੋਂ ਦੀ ਨਾ ਸ਼ਾਦੀ ਥੋੜ੍ਹੇ ਚਿਰ ਹੋਇਆ ਸੀ। ਇੰਨੀ ਜਵਾਨ ਬਾਬਾ ਸੀ, ਸੋਹਣੀ ਬਾਬਾ ਸੀ। ਆਂਦੀ ਆ ਵੀ ਅਸੀਂ ਘੱਟ ਵੀ ਹੋਏ ਨਾ ਤੇ 1200-1300 ਬੰਦਾ ਬੁੱਢੀ ਹੋਵਾਂਗੇ, ਬੱਚੇ ਉਹ ਨਿਆਣੇ ਸਿਆਣੇ ਜੋ ਕੁਛ ਵੀ ਹੈ। ਉਹਨਾਂ ਆਖੇ ਸਾਨੂੰ ਨਾ ਇੱਕ ਅੱਖ ਵੇਲੀ ਵੱਡੀ ਸਾੜੀ ਸੋਦੇ 'ਚ ਖੜ ਕੇ ਦੇ ਦਿੱਤਾ। ਬਾਹਰੋਂ ਆਖੇ ਪਤਾ ਨਹੀਂ ਜੰਦਰਾ ਮਾਰਿਆ, ਕੁੰਡਾ ਮਾਰਿਆ। ਸ਼ਾਮ ਨੂੰ ਆਖੇ ਨਾ ਮਾਰ ਕੇ ਕੁੰਡਾ ਤੇ ਲੱਤ ਦੇ ਕੇ ਚਲੇ ਕੇ ਖਾਣ ਨੂੰ ਕੁਛ ਨਹੀਂ ਦਿੱਤਾ। ਪਤਾ ਨਹੀਂ ਆਖੇ ਕੋਈ ਅੱਲਾ ਦਾ ਬੰਦਾ ਇਸ ਤਰ੍ਹਾਂ ਦਾ ਸੀ। ਪਤਾ ਨਹੀਂ ਵੀ ਉਹ ਸਾਈ ਸੀ, ਪਤਾ ਨਹੀਂ ਖੱਤਰੀ ਸੀ, ਪਤਾ ਨਹੀਂ ਸਿੱਖ ਸੀ, ਪਤਾ ਨਹੀਂ ਉਹ ਕੌਣ ਸੀ ਕੌਣ ਨਹੀਂ। ਪਰ ਮੈਂ ਨਹੀਂ ਆ ਉਸ ਬੰਦੇ ਨੂੰ ਰੱਬ ਅਵਲ ਜੰਨਤ ਦੇਗਾ। ਉਹਨੇ ਆਂਦੀ ਹੈ ਵੀ ਜਿਸ ਵੇਲੇ ਰਾਤ ਦਾ ਮਤਲਬ ਕੁਛ ਹਿੱਸਾ ਚਲਾ ਗਿਆ ਨਾ ਵੀ ਦੁਨੀਆ ਹੁਣ ਸਮੌਤ ਹੋ ਗਈ ਆ ਪਰ ਉਹਨੇ ਬੂਹਾ ਖੋਲ ਕੇ ਨਾ ਤੇ ਆਖਣ ਲੱਗਾ ਵੀ ਮੇਰੇ ਹੱਥ ਖੜੇ ਨੇ, ਜੇ ਤੁਹਾਡੀਆਂ ਜਾਨਾਂ ਬਚ ਸਕਦੀਆਂ ਤੇ ਨੱਠ ਜਾਓ ਮੇਰੇ ਵਾਸਤੇ ਨਾ। ਉਹਨੇ ਇੰਨਾ ਆਦਮ ਮਜ਼ਾਕ ਕਰ ਦਿੱਤਾ। ਨਾਲ ਦੀ ਆਵੇ ਜਿਉਂ ਨੱਠਿਆ ਮੀਂਹ ਪੈਂਦੇ ਸਨ, ਚਿੱਕੜ ਤੇ ਦੱਬ ਤੇ ਘਾਹ
ਕੱਛ ਹੁੰਦੀ ਹੈ ਦਰਿਆ ਦੀ, ਦਰਿਆ ਦਾ ਏਰੀਆ ਸਾਰਾ ਉਹ। ਦਰਿਆ ਵਾਲੀ ਆਂਦੀ ਪਤਾ ਨਾ ਲੱਗੇ ਵੀ ਦਰਿਆ ਕਿੱਧਰ ਹੈ, ਕਿੱਧਰ ਵੜ ਗਏ। ਤੇ ਤੁਸੀਂ ਸਾਰੇ ਸਾਡੇ ਪਿਆਰੇ ਮਿੱਤਰ ਗੁਰਪ੍ਰੀਤ ਸਿੰਘ ਕਰਮ ਸਿੰਘ ਚੀਨਾ ਦੇ ਰਹਿਣ ਵਾਲੇ, ਜਿਨ੍ਹਾਂ ਨੇ ਬੋਲੀਆਂ ਪਿੰਡ ਦੇ ਇੱਕ ਬਜ਼ੁਰਗ ਜਿਨ੍ਹਾਂ ਦਾ ਨਾਮ ਸਾਦਿਕ ਸੀ ਨੇ ਵੰਡ ਦਾ ਵੇਲਾ ਦੇਖਿਆ, ਉਹਨਾਂ ਦੀ ਵੀਡੀਓ ਸਾਡੇ ਨਾਲ ਸਾਂਝੀ ਕੀਤੀ। ਚਲੋ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਆਫਤਾਬ ਤੇ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਬੋਲੀਆਂ ਦੇ ਵਿੱਚ। ਤਾਂ ਇੱਕ ਮਾਤਾ ਜੀ ਦੀ ਇੱਛਾ ਸੀ ਕਿ ਕਿਸੇ ਬੋਲੀਆਂ ਪਿੰਡ ਦੇ ਪੁਰਾਣੇ ਬਜ਼ੁਰਗ ਦੀ ਮੇਰੇ ਨਾਲ ਕੋਈ ਗੱਲ ਕਰਾਈ ਜਾਵੇ ਜਾਂ ਉਹਨਾਂ ਦੀ ਕੋਈ ਵੀਡੀਓ ਭੇਜੀ ਜਾਵੇ। ਤਾਂ ਮੈਂ ਸੋਚਿਆ ਕਿ ਇੱਕ ਮਾਤਾ ਦੀ ਇੱਛਾ ਹੈ ਤਾਂ ਉਸ ਇੱਛਾ ਨੂੰ ਪੂਰਾ ਕੀਤਾ ਜਾਵੇ। ਤਾਂ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਬਜ਼ੁਰਗ ਦੇਖ ਰਹੇ ਹੋ, ਇਹਨਾਂ ਦਾ ਨਾਮ ਹੈਗਾ ਸਾਦਿਕ ਜੀ ਤੇ ਇਹਨਾਂ ਨੂੰ ਕੁਝ ਅਸੀਂ ਉਸ ਦੌਰ ਬਾਰੇ ਪੁੱਛਾਂਗੇ 47 ਵਿੱਚ ਜੋ ਵੰਡ ਹੋਈ ਸੀ, ਕਿ ਉਹ ਜਿਹੜਾ ਦੌਰ ਆਇਆ ਸੀ ਸਾਡੇ ਲੋਕਾਂ ਦੇ ਉੱਪਰ, ਆਪਣੇ ਘਰਾਂ ਨੂੰ ਛੱਡ ਕੇ ਜਾਣਾ ਪਿਆ, ਆਪਣੀ ਜ਼ਮੀਨਾਂ ਨੂੰ ਛੱਡ ਕੇ ਜਿਹੜਾ ਵਾ ਦੇਸ਼ ਤੋਂ ਪਰਲੇ ਦੇਸ਼ ਵਿੱਚ ਜਾਣਾ, ਵੰਡਾਂ ਹੋਣੀਆਂ, ਉਹ ਦੁਖਾਂਤ ਨੂੰ ਦੇਖਣਾ। ਤੇ ਅਸੀਂ ਹੁਣ ਬਜ਼ੁਰਗ ਨੂੰ ਪੁੱਛਾਂਗੇ, ਬਾਪੂ ਜੀ ਉਸ ਵੇਲੇ ਤੁਸੀਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਉਹ ਦੁਖਾਂਤ ਵਾਪਰਿਆ ਸੀਗਾ? ਮੈਂ ਦੱਸਾਂ ਜੀ, ਹਾਂਜੀ ਉਦੋਂ ਮੇਰੀ ਉਮਰ ਬੜੀ ਸੀ। ਉਦੋਂ ਮੈਂ 6ਵੀਂ ਪੜ੍ਹਦਾ ਸੀ। ਅੱਛਾ 6ਵੀਂ 'ਚ ਪੜ੍ਹਦੇ ਸੀ। 6ਵੀਂ ਪੜ੍ਹਦਾ ਉਹ ਜਿਹੜਾ ਹੈਗਾ ਸੀ, ਮੈਂ ਚੌਂਕੀਦਾਰ ਰੱਖੀ ਉਹਦੇ ਨਾਲ ਬਾਲਾ ਚੌਂਕੀ। ਬਾਲਾ। ਹਾਂਜੀ ਹਾਂਜੀ ਉਹਨੂੰ ਫਿਰ ਸਾਰਿਆਂ ਨੇ ਕੌਂਸਲ ਕਰਕੇ ਨਾ ਤੇ ਆਖਿਆ ਵੀ ਜਾ ਪਤਾ ਲਿਆ ਵੀ ਜੀ। ਕਿੱਥੋਂ ਇਹ ਗੱਲ ਚੱਲਦੀ ਹੈ। ਜੇ ਤਾਂ ਤੁਰਨਾ ਹੈ ਜੀ। ਤੇ ਅਸੀਂ ਚਲੇ ਜਾਈਏ, ਹਾਂਜੀ ਤੇ ਹਾਂਜੀ ਜੇ ਨਹੀਂ ਨਾ ਜਾਣਾ ਤੇ ਫਿਰ ਅਸੀਂ ਇੱਥੇ ਜੰਗ ਵੀ ਕਰਨ ਨੂੰ ਤਿਆਰ ਆ। ਸਾਨੂੰ ਕਿਹੜੀ ਗੱਲ ਦਾ ਘਾਟਾ। ਹਾਂਜੀ ਹਾਂਜੀ ਅੱਛਾ ਉਹ ਇੱਦਾਂ ਕਰਦਿਆਂ ਕੀਤਾ ਵੀ ਹੁਣ ਫਿਰ ਜੇ ਗਿਆ ਜਾ ਕੇ ਪਤਾ ਲਿਆ। ਉਹਨਾਂ ਆਖਿਆ ਵੀ ਇਹ ਵੰਡਾਂ ਹੋ ਗਈਆਂ ਨੇ, ਹਾਂਜੀ ਜਿੱਥੋਂ ਗੱਲ ਚੱਲਦੀ ਆ ਹਾਂਜੀ। ਉੱਥੇ ਗਿਆ ਸੀ ਹਾਂਜੀ ਉਹ ਦਫ਼ਤਰ 'ਚ। ਉਹਨਾਂ ਆਖਿਆ ਵੀ ਵੰਡਾਂ ਚੱਲਦੀਆਂ ਨੇ, ਵੰਡਾਂ ਹੋ ਗਈਆਂ ਨੇ, ਇਹ ਤੁਹਾਨੂੰ ਇਹ ਥਾਂ ਛੱਡਣੇ ਪੈਣੇ ਨੇ ਹੁਣ। ਹਾਂਜੀ ਉਹਨਾਂ ਆਖਿਆ ਬਿਲਕੁਲ ਠੀਕ ਆ। ਉਹਨਾਂ ਫਿਰ ਆਣ ਕੇ ਫਿਰ ਪਰਨੇ ਰੱਖਦੇ ਮੋਢਿਆਂ 'ਤੇ। ਉਹਨੇ ਕਿਤੇ ਪਰਨਾ ਫੇਰਿਆ ਭਈ ਬੂਹੇ ਖੁੱਲ੍ਹੇ ਰਹਿਣ ਦਿਓ ਤੁਸੀਂ ਵਿਸ਼ਾਖਾ। ਅੱਛਾ ਜੀ, ਜਾਂਦੇ ਜਿੱਦਾਂ- ਪਰਨਾ ਫਿਰ ਕੇ ਕਿ ਬੂਹੇ ਘਰ ਦੇ ਖੁੱਲੇ ਰਹਿਣ ਦੇ। ਖੁੱਲ੍ਹੇ ਰਹਿਣ ਦਿਓ। ਜਾਇਦਾਦ ਵੇਖੋ ਨਾ ਤੁਸੀਂ ਆਪਣਾ ਪਰਿਵਾਰ ਜਿਹੜਾ ਨਾ ਤੁਹਾਡਾ ਇਹ ਲੈ ਕੇ ਚਲੇ ਜਾਓ ਉੱਥੋਂ। ਇਸਨੇ ਤੁਹਾਨੂੰ ਉੱਧਰ ਮਿਲ ਜਾਣਗੇ। ਅੱਛਾ ਸਾਨੂੰ ਆਖਿਆ ਸੀ ਉਹਨਾਂ ਨੇ ਵੀ ਤੁਹਾਡਾ ਜਿਹੜੇ ਈਸਾਈ ਨੇ ਇਹਨਾਂ ਨੂੰ ਨਾ ਉੱਧਰ ਵੀ ਈਸਾਈ ਉੱਧਰ ਰਹਿਣਗੇ ਤੇ ਇੱਧਰ ਵੀ ਈਸਾਈ ਰਹਿਣਗੇ। ਇਹਨਾਂ ਨੂੰ ਕੋਈ ਡਰ ਨਹੀਂਗਾ। ਸ਼ਾਇਦ ਦੋਨੋਂ ਹੀ ਬੰਨੇ ਰਹਿ ਸਕਦੇ, ਪਾਕਿਸਤਾਨ 'ਚ ਵੀ ਰਹਿ ਸਕਦੇ ਸੀ ਤੇ ਇੱਧਰ ਪੰਜਾਬ 'ਚ ਵੀ, ਪੰਜਾਬ 'ਚ ਵੀ ਰਹਿ ਹਿੰਦੁਸਤਾਨ 'ਚ ਵੀ ਰਹਿ ਹਾਂ, ਸਕਦੇ ਸੀ। ਪੰਜਾਬ 'ਚ ਵੀ ਰਹਿ ਸਕਦੇ। ਠੀਕ ਹੈ ਜੀ। ਇਸ ਕਰਕੇ ਤੇ ਫਿਰ ਇਹ ਜਿਹੜੇ ਸਾਡੀ ਜਾਇਦਾਦ ਜਿਹੜੀ ਆ ਫਿਰ ਉੱਤੋਂ ਲਾ ਲਈ ਆਪਣੀ ਸ਼ਹਿ। ਪਰ ਸਾਨੂੰ ਵੀ ਜੇ ਖਤਰਾ ਹੀ ਕੋਈ ਨਹੀਂਗਾ ਤੇ ਸਾਨੂੰ ਕੀ ਲੋੜ ਹੈ ਜਾਣ ਦੀ, ਖੱਜਲ ਖਰਾਬ ਹਾਂਜੀ ਹੋਣ। ਹਾਂਜੀ। ਅਸੀਂ ਰਹਿ ਗਏ। ਪਰ ਜਿਹੜੇ ਜਦੋਂ ਸਾਡੇ ਰਿਸ਼ਤੇਦਾਰ ਨੇ ਉਹ ਸਾਡੇ ਗੋਜਰੇ ਤੱਕ ਉਹਨਾਂ ਦੇ ਅਸੀਂ ਵਿਆਹ ਵੀ ਕੀਤੇ। ਵਿਆਹ ਕਰਦਿਆਂ ਸਾਡੀ ਜਿਹੜੇ ਉੱਧਰ ਆ ਘੇਰੇ ਆ ਗਏ, ਉੱਧਰ ਹੀ ਰਹਿ ਗਏ ਨੇ। ਹਾਂਜੀ ਤੇ ਹਾਂਜੀ। ਜਿਹੜੇ ਇੱਧਰ ਆ ਗਏ ਨੇ ਉਹ ਹਾਂ ਹੋਇਆ ਤੇ ਇਦਾਂ ਹੀ, ਜਿਹੜੇ ਉੱਧਰ ਰਹਿ ਗਏ ਉੱਧਰ ਹੀ, ਤੇ ਇੱਧਰ ਹੀ ਬਸ ਉਹ ਪਤਾ ਨਹੀਂ ਇੱਕ ਖਲਾਰਾ ਹੀ ਇੰਨਾ ਪੈ ਗਿਆ ਸੀਗਾ ਖਲਾਰਾ ਤੇ ਪੈ ਗਿਆ। ਆਪੋ ਤਾਪੀ ਪੈ ਗਈ ਸੀ ਨਾ। ਤੁਸੀਂ ਜ਼ਿਆਦਾ ਜਾਣਦੇ ਹੋ, ਹਾਂ। ਤੁਸੀਂ ਉਸ ਸਮੇਂ ਨੂੰ ਦੇਖਿਆ ਵੀ ਕਿਵੇਂ ਭੱਜ ਨੱਠ ਸੀਗੇ, ਬੱਚਿਆਂ ਦਾ ਨਹੀਂ ਪਤਾ ਲੱਗ ਰਿਹਾ ਸੀ, ਇਹ ਡੰਗਰ ਪਸ਼ੂ ਇਦਾਂ ਸਾਰਾ ਕੁਝ ਨਹੀਂ ਪਤਾ ਲੱਗਿਆ ਸੀ। ਤੁਸੀਂ ਦੇਖੇ ਹੋਏਗਾ ਕਿਥੜਾ ਬਣਿਆ ਨੇ ਕਿੱਦਾਂ ਨੇ ਸਾਰਿਆਂ ਨੂੰ ਆਪਣਾ ਆਪਣਾ ਹੀ ਸੀਗਾ, ਆਪਣੀ ਜਾਨ ਬਚਾ ਕੇ ਕਿਸੇ ਬੰਦੇ ਨਾਲ ਨਾ। ਜਦ ਜਿਹੜੀਆਂ ਤਗੜੇ ਰਗੜ ਬੰਦੇ ਸੀ ਨਾ, ਮੀਂਹ ਬੜਾ ਪੈਣ ਡਿਆ ਪਿਆ, ਅੱਛਾ ਬਾਰਿਸ਼ ਔਰ ਸੀਗੀ। ਬਾਰਿਸ਼ ਬੜੀ ਸ਼ੁਰੂ ਹੋ ਗਈ। ਹਾਂਜੀ ਉਹ ਫਿਰ ਬੇੜਾ ਸੀ ਤੇ ਬੇੜੇ ਦੇ ਵਿੱਚ ਜਿਨ੍ਹਾਂ ਦੇ ਪੈਸੇ ਸੀ ਉਹ ਚਲੇ ਗਏ ਹਾਂਜੀ ਗਾਨਾਂਗੇ। ਜਿਹੜੇ ਸੀ ਨਾ ਗਰੀਬ ਜਾਂ ਔਰਤਾਂ ਹਨ, ਉਹ ਕਈ ਤੇ ਜਨਾਨੀਆਂ ਦੇ ਵਿੱਚ ਛਾਲਾਂ ਮਾਰਤੀਆਂ ਦਰਿਆ ਦੇ। ਅੱਛਾ ਦਰਿਆ 'ਚ ਛਾਲਾਂ ਮਾਰਤੀਆਂ। ਜਿਹੜੀਆਂ ਜਿਨ੍ਹਾਂ ਨੂੰ ਪਈ ਅਸੀਂ ਇਹ ਗੱਲ ਮਰ ਜਾਈਏ ਚੰਗਾ ਵਾ। ਤੇ ਕਈ ਗਰੁੱਪ ਬਣ ਗਏ ਸੀ ਵੀ ਜੋ ਭੇਡਾਂ ਇਕੱਠੀਆਂ ਹੋ ਜਾਂਦੀਆਂ ਨਾ, ਵੀ ਅਸੀਂ ਬਾਜੀ ਅਖੌੜੇ ਇਕੱਠੀਆਂ ਹੋ ਕੇ ਉਹ ਫਿਰ ਇਹਨਾਂ ਨੇ ਲੋਕਾਂ ਵੰਡੀਆਂ ਸਨ ਔਰਤਾਂ ਹੈਂ। ਉਹ ਵੰਡੀਆਂ ਸੀ ਤੇ ਉਹ ਫਿਰ ਜੇ ਵੰਡੀਆਂ ਤੇ ਉਹ ਫਿਰ ਜਿਹੜੇ ਸਾਡੇ ਬਾਗ ਸੀ ਨਾ ਜੀ ਇੱਥੇ ਬੋਹੀਆਂ ਦੇ, ਉਹਨਾਂ ਨੂੰ ਪਤਾ ਵੀ ਇੱਧਰ ਇਹਨਾਂ ਦੀ ਰਿਸ਼ਤੇਦਾਰੀ ਆ। ਉਹ ਜਿਹੜੇ ਲਾਗੇ ਸਾਡੇ ਪਿੰਡਾਂ ਰਿਸ਼ਤੇਦਾਰ ਦੇ ਲਾਗੇ ਗਈਆਂ ਤੇ ਉਹਨਾਂ ਫਿਰ ਸਾਨੂੰ ਸੁਣਾ ਘੱਲੇ ਵੀ ਹਾਂਜੀ ਸਾਨੂੰ ਮਿਲੋ। ਹਾਂਜੀ ਫਿਰ ਸਾਡਾ ਬਾਪ ਜਿਹੜਾ ਸੀ ਗਿਆ ਉਹਨਾਂ ਕੋਲ, ਹਾਂਜੀ ਗਿਆ ਤੇ ਉਹਨੇ ਪੁੱਛਿਆ ਵੀ ਸੁਣਾ ਭੈਣਾ ਕੀ ਹਾਲ ਤੁਹਾਡਾ। ਉਹ ਆਂਦੀ ਵੀ ਹਾਲ ਤਾਂ ਠੀਕ ਹੈ ਤੇ ਇੱਦਾਂ ਕਰੋ ਵੀ ਮੇਰੇ ਕੋਲ ਪੈਸੇ ਲੈ ਜਾਓ ਤੇ ਉਹਨਾਂ ਨੂੰ ਆਖੋ ਵੀ ਮੈਂ ਫਲਾਣੇ ਥਾਂ ਵਾਂ ਤੇ ਮੈਨੂੰ ਲੈ ਜਾਓ। ਉਹ ਥੋੜ੍ਹੇ ਹੀ ਦਿਨ ਹੋਏ ਤੇ ਮੁਸਲਮਾਨ ਆ ਗਏ। ਇਹਨੇ ਕਿਤੇ ਫਿਰ ਇੱਕ ਗੱਡੀ ਉੱਧਰੋਂ ਤਬਾਦਲੇ ਜਾਂਦੀ ਆ ਹਾਂਜੀ ਹਾਂਜੀ ਸਿੱਖਾਂ ਦੀ, ਇੱਕ ਗੱਡੀ ਇੱਧਰੋਂ ਜਿਹੜੇ ਫਸੇ ਸਨ ਲੋਕ ਇੱਧਰੋਂ ਖੜੀ ਆ।
ਠੀਕ ਉਹ ਹੈ ਫਿਰ ਜੀ। ਉਹਨਾਂ ਨਾਲ ਚਲੀਆਂ ਗਈਆਂ। ਓਕੇ, ਯਾਨੀ ਕਿ ਆਪਾਂ ਕਹਿ ਸਕਦੇ ਕਿ ਉਹ ਜਿਹੜਾ ਦੁਕਾਨ ਸੀਗਾ ਉਹ ਕਾਫੀ ਵੱਡਾ ਸੀਗਾ, ਕਿ ਉਹ ਬੜਾ ਅਸਹਿਣਯੋਗ ਵੱਡਾ, ਸੀ, ਬੜਾ ਕਿਉਂਕਿ ਵੱਡਾ। ਉਸ ਦੌਰ ਦੇ ਵਿੱਚ ਬਹੁਤਿਆਂ ਨੇ ਆਪਣਿਆਂ ਨੂੰ ਖੋਇਆ ਹਾਂ ਤੇ ਹਾਂ ਆਪਣੇ ਘਰ ਕਾਰਡ ਜਿਹੜੇ ਸੀ ਉਹ ਖੋਏ, ਖੋਏ। ਕੁਝ ਹੀ ਪਤਾ ਨਹੀਂ ਲੱਗਿਆ ਕੀ ਹੋਇਆ ਹਾਂ ਨਾ। ਹਾਂ ਤੇ ਅੱਜ ਵੀ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਜਿਹੜੀ ਉਹ ਤਰਸਦੇ ਆ, ਜਿਵੇਂ ਆਪਾਂ ਬਜ਼ੁਰਗ ਮਾਤਾ ਦੀ ਗੱਲ ਕਰੀ ਸੀ ਕਿ ਉਹ ਆਪਣੇ ਪਿੰਡ ਨੂੰ ਦੇਖਣਾ ਚਾਹੁੰਦੇ ਨੇ, ਹਨਾ। ਦੇਖਣਾ ਚਾਹੁੰਦੇ। ਤੇ ਅੱਜ ਵੀ ਉਹਨਾਂ ਨੂੰ ਤਾਂ, ਕਿਉਂਕਿ ਜਿਨ੍ਹਾਂ ਨੇ ਆਪਣਾ ਬਚਪਨ ਜਿਹੜਾ ਵਾ ਆਪਣੇ ਇਸ ਗਲੀਆਂ ਦੇ ਵਿੱਚ ਬਿਤਾਇਆ ਹੋਵੇ, ਹੱਸੇ ਖੇਡੇ ਹੋਣ, ਨਿੱਕੇ ਨਿੱਕੇ ਹੁੰਦੇ ਕਿੰਨੇ ਹਾਂ, ਦੋਸਤ ਯਾਦ ਹੁੰਦੇ ਨੇ, ਆਉਂਦੇ ਨੇ, ਯਾਦ ਜਿਵੇਂ ਆਉਂਦੇ। ਤੁਹਾਨੂੰ ਵੀ ਯਾਦ ਆ ਰਹੀ ਯਾਦ ਹੈ ਆ ਜਿਵੇਂ ਜਾਂਦੇ ਸਾਰਿਆਂ ਦੀ ਆ। ਗਫੂਰ ਦੀ ਗੱਲ ਆਹੋ, ਕੀਤੀ ਹੋਇਆ ਨਾ, ਆਹੋ। ਤੇ ਬਾਲਾ ਦੀ ਗੱਲ ਸਾਨੂੰ ਸਾਰੇ ਦਿੰਦੇ ਨੇ। ਤੇ ਫਿਰ ਮੇਰੇ ਹਾਂਜੀ, ਕੋਲ ਮੁਸਲਮਾਨ ਆਏ ਵੀ ਨੇ। ਹਾਂਜੀ ਉਹ ਇੱਕ ਨੇ ਕਿਤਾਬ ਜਿਹੜੇ ਮਹਿਰੇ ਮੰਤਨ ਦੱਸਿਆ ਨਾ ਵੀ ਜਿਹੜੇ ਮਸ਼ਕਾਂ ਨਾਲ ਪਾਣੀ ਧੋਂਦੇ ਆ। ਹਾਂਜੀ ਹਾਂਜੀ ਉਹ ਕਿਤਾਬ ਇੱਕ ਮੁੰਡਾ ਆਇਆ ਤੇ ਮੈਨੂੰ ਆਂਦਾ ਵੀ ਮੈਂ ਖਾਣਾ ਕੱਪੜਾ। ਹਾਂਜੀ ਹਾਂਜੀ ਮੈਂ ਕਿਹਾ ਲੈ ਜਾ। ਤੇ ਨਾਲੇ ਮੈਂ ਤੇਰਾ ਵੇਖਣਾ ਕਾਰੋਬਾਰ ਵੀ ਕਿਆ ਗਿਆ। ਮੈਂ ਵੇਖਣਾ ਵੀ ਕਾਰੋਬਾਰ ਚੰਗਾ ਹੀ, ਸਾਡੇ ਕੋਲ ਡੰਗਰ ਮਈਆਂ ਪਾਣੀ ਦਾ ਸਨ। ਤੇ ਬਾਪੂ ਜੀ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਕਿ ਆਪਾਂ ਹੁਣ ਗੱਲ ਨੂੰ ਆਪਾਂ ਸੰਕੋਚੀ ਥੋੜਾ ਜਿਹਾ, ਤੇ ਆਪਾਂ ਇੱਕ ਸੁਨੇਹਾ ਦਈਏ ਆਪਣੇ ਜਿਹੜੇ, ਹੋ ਸਕਦਾ ਕਿ ਇਤਨਾ ਤੁਹਾਡੇ ਨਾਲ ਸਾਥੀ ਹੋਣ, ਉਹ ਵੀ ਜੀਂਦੇ ਹੋਣ, ਹਾਂਜੀ ਹਾਂ। ਤੇ ਕੱਲ ਨੂੰ ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚਦੀ ਹੈ ਤੇ ਤੁਹਾਨੂੰ ਦੇਖਣਗੇ, ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਤੁਹਾਡੀ ਯਾਦ ਆਉਂਦੀ ਹੈ, ਤੁਹਾਨੂੰ ਯਾਦ ਕਰਦਾ ਵਾ ਆਪਾਂ ਨਿੱਕੇ ਨਿੱਕੇ ਖੇਡਦੇ, ਤੁਸੀਂ ਕੁਝ ਵੀਡੀਓ ਬੋਈਆਂ ਜਿਹੜਾ ਵੀ ਕੋ ਹੋਵੇ ਨਾ, ਅਭੀ ਕੈਮਰੇ ਵਾਲ ਨੂੰ ਵੇਖ ਕੇ ਥੋੜਾ ਕਹਿ ਦਿਓ। ਬੋਈਆਂ ਜਿਹੜਾ ਵੀ ਕੋ ਹੋਵੇਗਾ ਨਹੀਂ, ਉਹ ਸਾਨੂੰ ਯਾਦ ਕਰ ਸਕਦਾ ਵਾ। ਅਸੀਂ ਇਹ ਹੈਗੇ ਆ ਰੰਗੂ ਦੀ ਤੇ ਆਸੇ ਦੀ ਯਾਦ ਵਿੱਚ। ਅੱਛਾ, ਇਹ ਕਹਿ ਰਹੇ ਨੇ ਬਾਪੂ ਨੇ ਕਿ ਭਾਨਾ, ਰੰਗੂ ਅਤੇ ਆਡੇ ਭਾਨਾ, ਦੀ ਹਾਂ। ਉਹ ਅੰਸ਼ ਵਿੱਚੋਂ ਨੇ, ਆ ਤੇ ਉਹ ਸਾਰੇ ਹੀ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਬਚਪਨ 'ਚ ਖੇਡੇ ਸਨ ਉਹਨਾਂ ਨੂੰ ਯਾਦ ਕਰਦੇ ਨੇ, ਹਾਂ। ਤੇ ਉਹਨਾਂ ਦੇ ਨਾਮ ਇੱਕ ਵਾਰੀ ਫਿਰ ਲੈ ਦਿਓ ਜਿਹੜੇ ਤੁਹਾਡੇ ਯਾਰ ਦੋਸਤ ਸੀਗੇ ਉਸ ਵੇਲੇ। ਤੇ ਯਾਰ ਦੋਸਤ ਸਾਰਾ ਪਿੰਡ ਹੀ ਸਾਰਾ ਹੀ ਯਾਰ ਦੋਸਤ ਦੀ ਵੈਸੇ ਗੱਲ ਕਰੀਏ ਤਾਂ ਉਹ ਇਹ ਨਹੀਂ ਦੱਸ ਦਿੱਤਾ ਵੀ ਸਾਰਾ ਪਿੰਡ ਜਿਹੜਾ ਵੀ ਬਿਲਕੁਲ ਮੇਰੇ ਸੀਗਾ। ਬੋਈਆਂ ਦਾ ਸੁਣ ਲੈ ਹਾਂਜੀ, ਤੇ ਉਹ ਹਾਂਜੀ। ਯਾਦ ਕਰ ਸਕਦਾ ਸਾਨੂੰ, ਮਿਲ ਸਕਦਾ। ਸੋ ਅੱਛਾ, ਉਹ ਮੁੰਡੇ ਆਏ ਫਿਰ ਮੇਰੇ ਕੋਲ ਕਪੜਾ ਲੈ ਕੇ। ਹਾਂਜੀ ਫਿਰ ਇੱਕ ਆਇਆ, ਉਹਨੇ ਕਿਤੇ ਜਾ ਕੇ ਉਹ ਕਪੜਾ ਵੇਚਦਾ, ਉਧਰ ਉਹਦਾ ਮੁੱਲ ਇੱਧਰ ਦੂਣਾ, ਉਹਨੂੰ ਕੱਪੜੇ ਦਾ ਭਾਅ ਜਾਂਦਾ। ਅੱਛਾ, ਉਹ ਇੱਕ ਮੁੰਡਾ ਫਿਰ ਆਇਆ ਜਿਹੜਾ ਮੇਰੇ ਨਾਲ ਪੜ੍ਹ ਲੈਂਦਾ ਸੀ। ਮੈਨੂੰ ਆਖੇਗਾ ਮੈਂ ਉਹ ਕੱਪੜਾ ਖੜਨਾ ਜਿਹੜਾ ਫਲਾਣੇ ਨੇ ਖੜਿਆ, ਮਾਝੇ ਨੇ। ਅੱਛਾ ਮੈਂ ਕਿਹਾ ਚਲੋ ਉਹ ਤੈਨੂੰ ਮੈਂ ਵਿਖਾਉਣਾ। ਸਾਡਾ ਮੁੰਡਾ ਸਾਡਾ ਭਣੋਈਆ ਸੀ, ਉਹ ਕੱਪੜੇ ਦੀ ਦੁਕਾਨ ਦੇ ਕੱਪੜਾ ਹੁੰਦੇ ਸਨ ਖੜੀਆਂ। ਮੈਂ ਨਾਲ ਲਿਆ, ਮੈਂ ਕਿਹਾ ਚੱਲ ਵੀ ਸਾਨੂੰ ਕੱਪੜਾ ਲੈ ਦੇ। ਉਹਨੇ ਕਿਤੇ ਕੱਪੜਾ ਲੈ ਕੇ ਦਿੱਤਾ, ਕੋ 30 ਲੱਖ ਵੇਂਦੇ ਸਨ ਭਈ ਖੋਲ ਬਚ ਚੜਦਾ ਕੀ ਕਰ ਲਾ, ਉਹ ਮਾਸਾ ਭੋਲੇ ਨੇ। ਜੀ ਜੀ ਉਹ ਇੱਦਾਂ ਦਾ ਕੰਮ ਵੇਖ ਕੇ ਵਾ ਕੇ ਤੇ ਉਹਨਾਂ ਆਖਿਆ ਵੀ ਆਹ ਕੱਪੜਾ ਲਿਆਓ। ਉਹ ਫਿਰ ਲਿਆ, ਫਿਰ ਉਹਨੇ ਕੀਤਾ ਵੀ ਸਿਰ 'ਤੇ ਵੀ ਬੰਨ੍ਹ ਲਿਆ ਕੁਛ, ਹਾਂਜੀ ਹਾਂਜੀ ਤੇ ਕੁਛ ਹੁਣ 2 ਹੀ ਚਾਦਰ ਬਣਾ ਲਈ, ਤੇ ਇੱਦਾਂ ਕਰਕੇ ਫਟਾਫਟ 2 ਕਮੀਜ਼ ਬਣਾ ਲਏ। ਇਹ ਇਸ ਤਰ੍ਹਾਂ ਖੜਿਆ ਸੀ। ਹਾਂ। ਚਲੋ ਠੀਕ ਹੈ ਜੀ। ਇਹ ਸਨ 47 ਦੇ ਸਨ ਤੋਂ ਪਹਿਲਾਂ ਦੇ ਉਹ ਬਜ਼ੁਰਗ ਨੇ, ਜਦੋਂ ਉਹ ਕਹਿੰਦੇ ਸੀ ਮੈਂ 6ਵੀਂ 'ਚ ਪੜ੍ਹਦਾ ਸੀਗਾ ਜਦੋਂ ਉਹ ਦੁਖਾਂਤ ਵਾਪਰਿਆ। ਤੇ ਅੱਜ ਵੀ ਹੁਣ ਕਾਫੀ ਏਜ ਹੋ ਚੁੱਕੀ ਹੈ, ਫਿਰ ਵੀ ਉਹਨਾਂ ਨੂੰ ਸਾਰੇ ਯਾਰ ਦੋਸਤ ਯਾਦ ਨੇ, ਆਪਣੀ ਪਿੰਡ ਦੀਆਂ ਸਾਰੀਆਂ ਯਾਦਾਂ ਯਾਦ ਸਾਰਿਆਂ ਦੇ ਨੇ, ਨਾਮ ਨਹੀਂ ਯਾਦ ਨੇ। ਤੇ ਸਾਰਿਆਂ ਦੇ ਨਾਮ ਤੱਕ ਵੀ ਯਾਦ ਨੇ। ਫਿਰ ਤੋਂ ਇੱਕ ਵਾਰੀ ਕਹਿ ਇਹ ਸਨ ਬਜ਼ੁਰਗ ਸਾਦਕ ਜੀ, ਹਾਂ। ਜਿਹੜੇ ਯਾਰ ਦੋਸਤ ਇਹਨਾਂ ਦੇ ਨਾਮ ਨੂੰ ਜਾਣਦੇ ਹੋਣੇ, ਇਹਨਾਂ ਦੇ ਚਿਹਰੇ ਤੋਂ ਨਹੀਂ ਪਛਾਣ ਆਏਗਾ ਕਿਉਂਕਿ ਬਜ਼ੁਰਗ ਹੋ ਗਏ ਨੇ, ਉਸ ਵੇਲੇ ਤੇ ਛੋਟੀ ਉਮਰ ਸੀਗੀ, ਹਾਂ। ਪਰ ਨਾਮ ਤੋਂ ਜੇ ਪਛਾਣਦੇ ਹੋਣ ਕਿ ਸਾਦਕ ਨਾਮ ਦਾ ਪਿੰਡ ਵਿੱਚ ਬੋਲੀਆਂ 'ਚ ਰਹਿੰਦਾ ਕੋਈ, ਤਾਂ ਉਹ ਜ਼ਰੂਰ ਇਹਨਾਂ ਨੂੰ ਦੇਖਣ ਤੇ ਖੁਸ਼ ਹੋਏ ਹੋਣਗੇ। ਤੇ ਇੰਨੀ ਕੁ ਗੱਲ ਕਰਦੇ ਹੋਏ ਤੁਹਾਡੇ ਤੋਂ ਆਪਾਂ ਵਿਦਾ ਲੈਂਦੇ ਹਾਂ, ਤੇ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਆਫਤਾਬ, ਮੇਰੇ ਵੱਲੋਂ ਪਿਆਰ ਭਰੀ ਸਭ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਆਪਣਾ ਫੀਡਬੈਕ ਸਾਨੂੰ ਜ਼ਰੂਰ ਦੇਣਾ।